ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਲੋਹਾ ਕੱਲਾ ਪਾਣੀ ਦੇ ਵਿੱਚ ਡੁੱਬ ਜਾਂਦਾ, ਲੋਹਾ ਕੱਲਾ ਪਾਣੀ ਦੇ ਵਿੱਚ ਡੁੱਬ ਜਾਂਦਾ, ਪਰ ਲੱਕੜ ਦੇ ਨਾਲ ਲੱਗ ਕੇ ਉਹ ਵੀ ਤਰ ਜਾਂਦਾ। ਝੱਖੜ ਝੁੱਲਦਾ ਵਿਹੜਾ ਭਰਜੇ ਪੱਤਿਆਂ ਨਾਲ, ਝੱਖੜ ਝੁੱਲਦਾ ਵਿਹੜਾ ਭਰਜੇ ਪੱਤਿਆਂ ਨਾਲ, ਪਰ ਪੰਛੀਆਂ ਦੇ ਲਈ ਡੱਕੇ ਇਕੱਠੇ ਕਰ ਜਾਂਦਾ। ਬੰਦਾ ਜਾਣੇ ਮੈਂ ਹੀ ਹਾਂ ਇੱਕ ਕਾਰੀਗਰ, ਬੰਦਾ ਜਾਣੇ ਮੈਂ ਹੀ ਹਾਂ ਇੱਕ ਕਾਰੀਗਰ, ਪਰ ਵੁੱਡ ਪਿੱਕਰ ਵੀ ਮੂੰਹ ਨਾਲ ਲੱਕੜ ਘੜ ਜਾਂਦਾ, ਪਰ ਵੁੱਡ ਪਿੱਕਰ ਵੀ ਮੂੰਹ ਨਾਲ ਲੱਕੜ ਘੜ ਜਾਂਦਾ। ਦੋਸਤੋ, ਇਹ ਸੀ ਅੱਜ ਦੀ ਛੋਟੀ ਜੀ ਰਚਨਾ। ਸਾਰੀ ਕੁਦਰਤ ਦੇ ਲੇਖੇ ਕਿ ਇਨਸਾਨ ਜੋ ਹੈ ਉਹੀ ਇੱਕ ਆਪਣੇ ਆਪ 'ਚ ਬੈਸਟ ਨਹੀਂ ਜਾਂ ਮਹਾਨ ਨਹੀਂ ਜਾਂ ਉੱਤਮ ਨਹੀਂ। ਜੇ ਅਸੀਂ ਕੁਦਰਤ ਨੂੰ ਵੀ ਥੋੜਾ ਜਿਹਾ ਨੇੜਿਓਂ ਓਬਜ਼ਰਵ ਕਰੀਏ ਤਾਂ ਜਿਹੜੇ ਚਿੜੀਆਂ ਦੇ ਘੋਂਸਲੇ ਜਿਸ ਬਿਨਾਂ ਟ੍ਰੇਨਿੰਗ ਤੋਂ ਜਿਸ ਐਕਸਪਰਟੀਜ਼ ਦੇ ਨਾਲ ਉਹ ਬਣਾਉਂਦੇ ਆ, ਜੇ ਸ਼ੇਪ ਬਣਾਉਂਦੇ ਹੈਗੇ ਆ, ਦੇਖੇ ਆ ਕਿ ਡੱਕਾ ਇਕੱਠਾ ਕਰਕੇ, ਸੋ ਉਹ ਬੜਾ ਲਾਜਵਾਬ ਬੇਮਿਸਾਲ ਚੀਜ਼ ਹੈਗੀ ਹੈ। ਵੁੱਡ ਪਿੱਕਰ ਆਪਣੇ ਮੂੰਹ ਦੇ ਨਾਲ, ਚੁੰਝ ਦੇ ਨਾਲ ਇੱਕ ਪੂਰੇ ਦਰਖਤ ਦੇ ਵਿੱਚ ਆਪਣਾ ਘਰ ਜਿਹੜਾ ਹੈ ਉਹ ਕਰਦਾ ਹੈ। ਇੱਕ ਕਹਿ ਲਓ ਕੁਦਰਤ ਦਾ ਕਾਰਪੈਂਟਰ ਇੱਕ ਕਹਿ ਲਓ ਪੰਛੀ ਹੈਗਾ ਆ। ਸੋ ਕੁਦਰਤ ਆਪਣੇ ਆਪ 'ਚ ਬੜੀ ਇੱਕ ਜਿਹੜੀ ਹੈ ਮਹਾਨ ਹੈਗੀ ਹੈ। ਸੋ ਆਓ ਇੱਥੋਂ ਹੀ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਦੇ ਵਿੱਚ ਸਵਾਗਤ ਕਰਨਾ ਚਾਹਾਂਗੇ ਸਰਦਾਰ ਰਣਵੀਰ ਸਿੰਘ ਜੀ ਅਟਵਾਲ ਜੀ ਦਾ, ਜੋ ਕਿ ਇੱਕ ਵਾਰ ਫੇਰ ਸਾਡੇ ਨਾਲ ਜੁੜ ਚੁੱਕੇ ਹਨ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਟਵਾਲ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਇੱਕ ਨਵਾਂ ਐਲੀਮੈਂਟ ਆਪਣਾ ਐਡ ਕੀਤਾ ਸੀ ਆਪਣੇ ਚੱਲਦੀ ਹੋਈ ਲੜੀ ਦੇ ਵਿੱਚ, ਸੀਰੀਜ਼ ਦੇ ਵਿੱਚ, ਰੀਬੂਟ ਪੰਜਾਬ ਦੇ ਵਿੱਚ, ਕਿ ਅਸੀਂ ਆਪਣੇ ਕੁਛ ਨਾ ਕੁਛ ਡੋਨਰਸ ਨੂੰ ਹਰ ਐਪੀਸੋਡ ਦੇ ਵਿੱਚ ਜ਼ਰੂਰ ਥੈਂਕਸ ਕਰੀਏ, ਧੰਨਵਾਦ ਕਰੀਏ। ਸੋ ਅੱਜ ਕੁਛ ਡੋਨਰਸ ਨੂੰ ਮੈਂ ਧੰਨਵਾਦ ਕਰਨ ਜਾ ਰਿਹਾ। ਉਹ ਹਨ ਕਮਲਜੀਤ ਕੌਰ ਬੁਰਾ, ਮੱਖਣ ਸਿੰਘ ਬੁਰਾ ਗ੍ਰੇਵਜ਼ੈਂਟ ਤੋਂ, ਦੇਵ ਦਵਿੰਦਰ ਕੌਰ ਬਰਮਿੰਗਮ ਤੋਂ, ਡਾਕਟਰ ਮਨਜੋਤ ਸਿੰਘ ਜੀ ਸਮੈਥਵਿਕ ਤੋਂ, ਬਲਜਿੰਦਰਪਾਲ ਸਿੰਘ ਗ੍ਰੇਵਜ਼ੈਂਟ ਤੋਂ, ਸੁਰਿੰਦਰ ਕੌਰ ਜੀ ਵੁਲਵਰਹੈਂਪਟਨ ਤੋਂ। ਸੋ ਸੰਗਤ ਟੀਵੀ ਦੀ ਸਾਰੀ ਟੀਮ, ਰੀਬੂਟ ਪੰਜਾਬ ਦੀ ਸਾਰੀ ਟੀਮ, ਅਸੀਂ ਦਿਲੋਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਇਹਨਾਂ ਐਪੀਸੋਡਸ ਨੂੰ, ਸਾਡੇ ਸ਼ੋਅ ਨੂੰ ਬੜਾ ਸਪੋਰਟ ਕੀਤਾ। ਸੋ ਜਿਹੜਾ ਕੌਜ਼ ਹੈਗਾ ਆ ਮੇਨ, ਉਹਨੂੰ ਬੜਾ ਸਪੋਰਟ ਕੀਤਾ। ਆਪਣੀ ਹੱਡ ਭੰਨਵੀਂ ਹਾਰਡ ਵਰਕ ਦੀ ਅਰਨਿੰਗ ਦੇ ਵਿੱਚੋਂ ਤੁਸੀਂ ਜਿਹੜਾ ਹੈ ਕੁਛ ਨਾ ਕੁਛ ਉਹਦਾ ਪੋਰਸ਼ਨ ਕਿਸੇ ਹੋਰ ਦੇ ਲੇਖੇ ਲਾਇਆ। ਸੋ ਉਹਦੇ ਲਈ ਤੁਸੀਂ ਸਾਰੇ ਹੀ ਮੁਬਾਰਕਬਾਦ ਦੇ ਭਾਗੀਦਾਰ ਹੋ। ਸੋ ਅਟਵਾਲ ਜੀ, ਇਹਦੇ ਤੇ ਵੀ ਤੁਹਾਡੇ ਕਮੈਂਟਸ ਮੈਂ ਲੈਣਾ ਚਾਹਾਂਗਾ। ਨਾਲ ਹੀ ਮੈਂ ਇੱਕ ਕੜੀ ਨਾਲ ਅਟੈਚ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਗੱਲ ਅਧੂਰੀ ਛੱਡੀ ਸੀਗੀ ਕਿ ਕਲਗੀਧਰ ਟਰੱਸਟ ਯੂਕੇ ਨੂੰ ਕਹਿ ਲਈਏ ਕਿ ਯੂਕੇ ਦੇ ਵਿੱਚ ਜੇ ਅਸੀਂ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਜੋ ਰਿਲੀਜੀਅਸ ਇੰਸਟੀਚਿਊਟ ਹੈਗੇ ਨੇ, ਗੁਰਦੁਆਰੇ ਨੇ, ਸੰਸਥਾਵਾਂ ਨੇ, ਉਹਨਾਂ ਦਾ ਕਿੰਨਾ ਕੁ ਯੋਗਦਾਨ, ਕਿੰਨੀ ਕੁ ਸਪੋਰਟ ਤੁਹਾਨੂੰ ਹੁਣ ਤੱਕ ਰਹੀ ਹੈ? ਥੈਂਕ ਯੂ ਬੱਬਲ ਸਾਹਿਬ। ਜਿਹੜੀਆਂ ਤੁਹਾਡੀਆਂ ਓਪਨਿੰਗ ਲਾਈਨਸ ਦੇ ਵਿੱਚ ਤੁਸੀਂ ਆਪਣਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਇਨਸਾਨ ਇੱਕ ਕੁਦਰਤ ਦਾ ਹਿੱਸਾ ਹੈ ਤੇ ਅਸੀਂ ਕੁਦਰਤ ਤੋਂ ਇਲਾਵਾ ਕੁਝ ਵੀ ਨਹੀਂ ਹਾਂ, ਤੇ ਦੂਸਰਾ ਤੁਸੀਂ ਬੜੀ ਵਧੀਆ ਤਰੀਕੇ ਨਾਲ ਦੱਸਿਆ ਕਿ ਇੱਕ ਸੰਗਤ ਦੀ ਕਿੰਨੀ ਮਹੱਤਤਾ ਹੈ ਕਿ ਇੱਕ ਲੋਹਾ ਵੀ ਲੱਕੜੀ ਦੇ ਨਾਲ ਤਰ ਜਾਂਦਾ ਹੈ ਜੀ। ਸੋ ਇਹਨਾਂ ਅਸੂਲਾਂ ਦੇ ਉੱਤੇ ਹੀ ਸਾਰਾ ਸਾਡਾ ਪ੍ਰੋਗਰਾਮ ਬੇਸਡ ਹੈ। ਇਹਨਾਂ ਅਸੂਲਾਂ ਦੇ ਉੱਤੇ ਸਾਡੇ ਜੋ ਐਜੂਕੇਸ਼ਨ ਸਿਸਟਮ ਹੈ ਪੰਜਾਬ ਦੇ ਵਿੱਚ ਕਲਗੀਧਰ ਟਰੱਸਟ ਦਾ, ਉਹਦਾ ਮੇਨ ਮਕਸਦ ਹੀ ਹੈ ਕਿ ਪੜ੍ਹਾਈ ਦੇ ਨਾਲ ਜਿਹੜੀ ਵੈਲਿਊ ਬੇਸਡ ਐਜੂਕੇਸ਼ਨ ਦਾ ਮਤਲਬ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਵੈਲਿਊਜ਼ ਆ, ਜੋ ਕਿ ਅਣਗਿਣਤ ਆ, ਜਿੰਨਾ ਤੁਸੀਂ ਉਹਦੇ 'ਚ ਚੁੱਭੀ ਮਾਰੀ ਜਾਵੋ, ਉਨੀ ਵੈਲਿਊਜ਼, ਉਨੇ ਹੀਰੇ ਜਵਾਹਰਾਤ ਮੋਤੀ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਸੋ ਉਹ ਸਾਡਾ ਬੇਸਿਕਲੀ ਜਿਹੜਾ ਰੀਬੂਟ ਪੰਜਾਬ ਦਾ ਇਹੋ ਹੈ ਕਿ ਅਸੀਂ ਇਹ ਵੈਲਿਊਜ਼ ਸ਼ੇਅਰ ਕਰਨੀਆਂ ਤੇ ਇੱਕ ਪ੍ਰੈਕਟੀਕਲ ਸੋਲਿਊਸ਼ਨ, ਹਰ ਇੱਕ ਪ੍ਰੋਬਲਮ ਦਾ ਇੱਕ ਪ੍ਰੈਕਟੀਕਲ ਸੋਲਿਊਸ਼ਨ ਸੰਗਤਾਂ ਦੇ ਅੱਗੇ ਨਾਲ ਸਾਂਝਾ ਕਰਨਾ ਤੇ ਸਾਰਿਆਂ ਦੀ ਵਿੱਚ ਸ਼ਮੂਲੀਅਤ ਲੈਣੀ। ਬਾਕੀ ਜਿਹੜਾ ਪੁਆਇੰਟ ਅਸੀਂ ਲਾਸਟ ਟਾਈਮ ਛੱਡਿਆ ਸੀ ਕਿ ਇਸ ਇੰਸਟੀਟਿਊਸ਼ਨ ਕਲਗੀਧਰ ਟਰੱਸਟ ਦੇ ਨਾਲ ਹੋਰ ਕਿੰਨੀਆਂ ਚੈਰਿਟੀਜ਼ ਤੇ ਹੋਰ ਆਪਣੇ ਪੰਥਕ ਆਰਗੇਨਾਈਜੇਸ਼ਨਸ, ਚੈਰੀਟੇਬਲ ਇੰਸਟੀਟਿਊਸ਼ਨਸ ਕਿੰਨਾ ਕੁ ਸਪੋਰਟ ਕਰ ਰਹੀਆਂ ਹਨ, ਹੈ ਨਾ ਜੀ।
ਉਹਦੇ 'ਚ ਮੈਂ ਦੱਸਦਾ ਜਾਵਾਂ ਕਿ ਜਿਸ ਤਰ੍ਹਾਂ ਤੁਸੀਂ ਹੁਣ ਪਿਛਲੇ ਵੀਕ ਤੋਂ ਸ਼ੁਰੂ ਕੀਤਾ ਹੈਗਾ ਕਿ ਜਿੰਨੇ ਵੀ ਇੰਗਲੈਂਡ ਦੇ ਵਿੱਚ ਬੱਚੇ ਸਪਾਂਸਰ ਹੋਏ ਆ, ਅਸੀਂ ਸਮਝਿਆ ਕਿ ਇੱਕ ਜਿਸ ਤਰ੍ਹਾਂ ਕਿਹਾ ਕਿ ਲੋਹੇ ਦੇ ਨਾਲ ਲੱਕੜੀ ਤਰ ਜਾਂਦੀ ਹੈ, ਕਿ ਅਸੀਂ ਉਹ ਜਿਨ੍ਹਾਂ ਨੇ ਵੀ ਉਹ ਸਪਾਂਸਰ ਕੀਤੇ ਆ, ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਦਿਖਾਈਏ ਤਾਂ ਜੀ ਕਿ ਲੋਕਾਂ ਲਈ ਹੋਰ ਸੰਗਤਾਂ ਵਾਸਤੇ ਇੰਸਪਾਇਰੇਸ਼ਨ ਉਹ ਬਣਨ। ਤੇ ਜਦੋਂ ਤੁਸੀਂ ਉਹ ਦੇਖਦੇ ਹੋ ਫੋਟੋਆਂ ਬੱਚਿਆਂ ਦੀਆਂ, ਤੇ ਮੇਰੇ ਖਿਆਲ ਨਾਲ ਤਾਂ ਕੋਈ ਐਸਾ ਦਿਲ ਹੋਏਗਾ ਜਿਹੜਾ ਉਹਨਾਂ ਬੱਚਿਆਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨਾ ਦੇਖਣਾ ਚਾਹੁੰਦਾ ਹੋਵੇ। ਕਿਉਂਕਿ ਜੇ 3 ਤੋਂ 5 ਸਾਲ ਦਾ ਬੱਚਾ ਸਕੂਲੇ ਨਹੀਂ ਜਾ ਸਕਦਾ ਤੇ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ, ਖਾਸ ਕਰਕੇ ਜਿੰਨੀਆਂ ਵੀ ਸੰਗਤਾਂ ਪੰਜਾਬ ਤੋਂ ਆਈਆਂ, ਤੇ ਕੀ ਇਹਨਾਂ ਬੱਚਿਆਂ ਦਾ ਫਿਊਚਰ ਹੈ, ਕੀ ਇਹਨਾਂ ਦੀ ਹਾਲਤ ਹੋਏਗੀ। ਸੋ ਇੱਥੇ ਤੇ ਜਿਹੜੀਆਂ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ, ਅਸੀਂ ਪਹਿਲਾਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਕਰਾਉਂਦੇ ਆ, ਜਿਹੜਾ ਕਿ ਸਾਰਾ ਖਰਚਾ ਕਲਗੀਧਰ ਟਰੱਸਟ ਆਪਣੇ ਸਿਰ ਤੇ ਲੈ ਕੇ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਡਮਿਸ਼ਨ ਦਿੰਦਾ ਹੈ। ਫਿਰ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਬੱਚੇ ਲੱਖਾਂ ਦੀ ਗਿਣਤੀ ਦੇ ਵਿੱਚ ਵੇਟ ਕਰ ਰਹੇ ਨੇ। ਸੋ ਸਾਰੇ ਇਸ ਭਾਰ ਨੂੰ ਅਸੀਂ ਉਠਾਈਏ। ਕੋਈ ਵੀ ਇੱਕ ਜਥੇਬੰਦੀ ਇਹ ਭਾਰ ਆਪਣੇ ਮੁੰਡਿਆਂ ਤੇ ਨਹੀਂ ਚੱਕ ਸਕਦੀ, ਕਿਉਂਕਿ ਜਿੱਦਾਂ ਅਸੀਂ ਹਰ ਪ੍ਰੋਗਰਾਮ 'ਚ ਦੱਸਦੇ ਹਾਂ ਕਿ 130 ਸਕੂਲਾਂ 'ਚ 70,000 ਬੱਚੇ ਨੇ, 70,000 ਦੇ ਵਿੱਚੋਂ 28,000 ਕੰਸੈਸ਼ਨਲ ਨੇ। ਜੀ ਸੋ ਇਹ ਤੋਂ ਜ਼ਿਆਦਾ ਭਾਰ ਕੋਈ ਵੀ ਸੰਸਥਾ, ਬੜੂ ਸਾਹਿਬ, ਕਲਗੀਧਰ ਟਰੱਸਟ ਨਹੀਂ ਚੱਕ ਸਕਦੇ। ਪਰ ਬਾਬਾ ਜੀ ਦੀ ਬੇਨਤੀ ਹੈ ਕਿ ਇਹ ਪ੍ਰੋਗਰਾਮ ਮਿਸ਼ਨ ਐਡਾ ਵੱਡਾ ਹੈ ਕਿ ਇਹਦੇ 'ਚ ਹਰ ਇੱਕ ਦੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਇਹੋ ਜਿਹੜਾ ਟਾਰਗੇਟ ਹੈ ਉਹ ਪੂਰਾ ਹੋਏਗਾ। ਜੀ ਬਿਲਕੁਲ। ਤੋ ਇੱਥੇ ਗੱਲ ਆ ਜਾਂਦੀ ਹੈ ਦਸਵੰਧ ਦੀ, ਕਿ ਜਿਸ ਤਰ੍ਹਾਂ ਹਰ ਇੱਕ ਸਿੱਖ ਨੂੰ ਇੱਕ ਗੁਰੂ ਦਾ ਹੁਕਮ ਹੈ ਕਿ ਆਪਣਾ ਜੋ ਵੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਪੰਥਕ ਕਾਰਜਾਂ ਦੇ ਉੱਤੇ ਅਤੇ ਲੋਕ ਭਲਾਈ ਦੇ ਕਾਰਜਾਂ ਦੇ ਉੱਤੇ ਲਾਉਣਾ ਹੈ। ਜੀ ਉੱਥੇ ਹੀ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ, ਉੱਥੇ ਹੀ ਜੇ ਇੱਕ ਗੁਰਸਿੱਖ, ਇੱਕ ਇੰਡੀਵਿਜੂਅਲ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਤੇ ਉਹਦੇ ਨਾਲ ਕਿ ਜਿੰਨੀਆਂ ਵੀ ਸਾਡੀ ਚੈਰੀਟੇਬਲ ਆਰਗੇਨਾਈਜੇਸ਼ਨਸ ਹੈਗੀਆਂ ਨੇ, ਪੰਥਕ ਆਰਗੇਨਾਈਜੇਸ਼ਨ ਨੇ, ਗੁਰੂ ਘਰ ਨੇ, ਸਾਰਿਆਂ ਦੀ ਇੱਕ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਸਾਡੇ ਕੌਮ ਦੇ ਬੱਚੇ 3 ਤੋਂ 5 ਸਾਲ ਦੀ ਉਮਰ ਦੇ ਬੱਚੇ ਇਸ ਵੇਲੇ ਬੈਠੇ ਨੇ ਲੱਖਾਂ ਦੀ ਗਿਣਤੀ 'ਚ, ਜਿਹੜੇ ਕਿ ਸਕੂਲ ਨਹੀਂ ਜਾ ਸਕਦੇ, ਲੀਡਰ ਸੁੱਤੇ ਪਏ ਨੇ, ਸਰਕਾਰਾਂ ਸੁੱਤੀਆਂ ਪਈਆਂ ਨੇ, ਕੋਈ ਕਿਸੇ ਪਾਸਿਓਂ ਹੈਲਪ ਨਹੀਂ ਆ ਰਹੀ। ਜਿਸ ਤਰ੍ਹਾਂ ਕਿ ਇਹਨਾਂ ਕੰਟਰੀਆਂ ਦੇ ਵਿੱਚ ਅਸੀਂ ਬਾਹਰ ਬੈਠੇ ਹਾਂ, ਫ੍ਰੀ ਐਜੂਕੇਸ਼ਨ, ਫ੍ਰੀ ਮੈਡੀਕਲ, ਇਸ ਤਰ੍ਹਾਂ ਦੀ ਕੋਈ ਵੀ ਸਹੂਲਤ ਉੱਥੇ ਨਹੀਂ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਧਰਤੀ ਤੇ ਜਨਮ ਲਿਆ, ਜਿਸ ਧਰਤੀ ਨੂੰ ਅਸੀਂ ਪਿੱਛੇ ਛੱਡ ਕੇ ਆਏ ਹਾਂ, ਕਿ ਅਸੀਂ ਥੋੜ੍ਹਾ ਜਿਹਾ ਪਿੱਛੇ ਮੁੜ ਕੇ ਦੇਖੀਏ ਤੇ ਥੋੜ੍ਹੀ ਜਿਹੀ ਆਪਣੀ ਪਿਛਲ ਝਾਕ ਇਤਿਹਾਸ ਤੇ ਵੀ ਪਾਈਏ ਕਿ ਸਾਡੇ ਗੁਰੂ ਸਾਹਿਬਾਨ ਕਿੰਨੀ ਵੱਡੀ ਸਾਨੂੰ ਤਾੜਨਾ ਕਰਕੇ ਗਏ ਨੇ। ਜਦੋਂ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਬਚਨ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਸੋ ਅੱਜ ਸਾਡੇ ਅੱਗੇ ਪ੍ਰਾਣ ਇਹ ਹੈ ਕਿ ਅਸੀਂ ਉਹਨਾਂ ਹਜ਼ਾਰਾਂ 'ਚ ਆਪਣੀ ਗਿਣਤੀ ਕਿਸ ਤਰ੍ਹਾਂ ਕਰਾਉਣੀ ਹੈ। ਸੋ ਸਭ ਤੋਂ ਵਧੀਆ ਅਸੀਂ ਹੱਲ ਇਹ ਹੈ ਕਿ ਘੱਟੋ ਘੱਟ ਹਰ ਪਰਿਵਾਰ ਇੱਕ ਬੱਚਾ ਜ਼ਰੂਰ ਸਪਾਂਸਰ ਕਰੋ। ਜਦੋਂ ਉਸ ਬੱਚੇ ਦੀ ਤੁਹਾਨੂੰ ਈਮੇਲ ਆਏਗੀ, ਉਹਦੀ ਪ੍ਰੋਗਰੈਸ ਰਿਪੋਰਟ ਆਏਗੀ, ਉਹ ਕਈ ਵਾਰੀ ਕਾਰਡਸ, ਥੈਂਕ ਯੂ ਕਾਰਡ ਬਣਾ ਕੇ ਵੀ ਭੇਜਦੇ ਨੇ, ਆਪਣੀਆਂ ਪਿਕਚਰਾਂ ਵੀ ਭੇਜਦੇ ਨੇ, ਤਾਂ ਫਿਰ ਤੁਹਾਨੂੰ ਇਸ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਮੈਸੇਜ ਹੈ ਹਰ ਇੱਕ ਸਿੱਖ ਦੇ ਲਈ ਕਿ ਬੱਚੇ ਸਾਰਿਆਂ ਦੇ ਸਾਂਝੇ ਨੇ, ਇਹ ਪੰਥ ਦੀ ਜੋ ਅਮਾਨਤ ਹੈ, ਇਹਨੂੰ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਸਾਰੇ ਚੈਰਿਟੀਜ਼, ਗੁਰੂ ਘਰ ਅੱਗੇ ਬੇਨਤੀ ਹੈ ਕਿ ਇਹ ਜਿਹੜਾ ਮਿਸ਼ਨ ਹੈ ਇਹਨੂੰ ਇੱਕ ਪੰਥਕ ਮਿਸ਼ਨ ਸਮਝ ਕੇ, ਕਿਉਂਕਿ ਇਹਦੇ ਵਿੱਚ ਅਸੀਂ ਟਰਾਂਸਪੇਰੈਂਸੀ, ਅਕਾਊਂਟੇਬਿਲਿਟੀ ਪੂਰੀ ਦਿੱਤੀ ਹੈ ਕਿ ਬੱਚੇ ਦਾ ਨਾਮ, ਪਤਾ, ਐਡਰੈਸ, ਸਕੂਲ, ਫੀਸ, ਸਭ ਕੁਝ ਤੇ ਤੁਹਾਡੇ ਨਾਲ ਇਨ ਟੱਚ ਰਹੇਗਾ। ਕਿਉਂਕਿ 3 ਤੋਂ 5 ਸਾਲ ਦੀ ਉਮਰ ਹੈ, ਪਹਿਲੀ ਕਲਾਸ ਤੋਂ ਲੈ ਕੇ 10+2 12 13 ਸਾਲ ਤੁਹਾਡੇ ਨਾਲ ਟੱਚ ਰਹੇਗਾ। ਉਹ ਤੋਂ ਬਾਅਦ ਵੀ ਕੁਝ ਪਰਿਵਾਰ ਨੇ ਜਿਹੜੇ ਸਪਾਂਸਰ ਕਰਦੇ ਨੇ ਕਿ ਅਸੀਂ ਇਸ ਬੱਚੇ ਦੀ ਜ਼ਿੰਮੇਵਾਰੀ ਹਾਇਰ ਐਜੂਕੇਸ਼ਨ, ਜਿੱਥੇ ਤੱਕ ਵੀ ਪੜ੍ਹਨਾ ਚਾਹੁੰਦਾ ਉੱਥੇ ਤੱਕ ਲਓ। ਇੱਕ ਤਰ੍ਹਾਂ ਦਾ ਬੱਚਾ ਤੁਹਾਡੇ ਪਰਿਵਾਰ ਦਾ ਮੈਂਬਰ ਹੀ ਬਣ ਜਾਂਦਾ ਹੈ। ਤਾਂ ਮੈਂ ਦੱਸਦਾ ਜਾਵਾਂ ਕਿ ਸ੍ਰੀ ਗੁਰੂ ਸਿੰਘ ਸਭਾ ਹੰਸਲੋ ਐਲਿਸਵੇ ਇਸ ਵੇਲੇ ਇੱਕੋ ਇੱਕ ਗੁਰੂ ਘਰ ਹੈ ਜਿਨ੍ਹਾਂ ਨੇ 10 ਬੱਚੇ ਸਪਾਂਸਰ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ। ਉਹ ਵੀ ਕਮੇਟੀ ਦੇ ਨਾਲ ਸਾਡਾ ਬਹੁਤ ਜ਼ਿਆਦਾ ਤਾਲਮੇਲ, ਕੁਝ ਮੈਂਬਰਾਂ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਸਮਝਾਇਆ ਗਿਆ। ਅਸੀਂ ਬੱਚਿਆਂ ਦੀਆਂ ਫੋਟੋਆਂ ਵੀ ਉੱਥੇ ਨੋਟਿਸ ਬੋਰਡ ਤੇ ਲਾਈਆਂ, ਸੰਗਤਾਂ ਨੇ ਵੀ ਅਪਰੀਸ਼ੀਏਟ ਕੀਤਾ। ਤੇ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਗੁਰੂ ਘਰ, ਹਰ ਇੱਕ ਕਮੇਟੀ ਜੇ ਹੋਰ ਕੋਈ ਇਨਫੋਰਮੇਸ਼ਨ ਸਾਤੋਂ ਲੈਣਾ ਚਾਹੁੰਦੇ ਨੇ, ਸਾਨੂੰ ਕੰਟੈਕਟ ਕਰ ਸਕਦੇ ਨੇ, ਤੇ ਅਸੀਂ ਗੁਰੂ ਘਰ 'ਚ ਆ ਕੇ ਵੀ ਇਹਦੀ ਪ੍ਰੈਜੈਂਟੇਸ਼ਨ ਵੀ ਕਰ ਦਾਂਗੇ, ਸਾਰਾ ਕੁਝ ਐਕਸਪਲੇਨ ਕਰ ਦਾਂਗੇ। ਇੱਕ ਬੱਚੇ ਦਾ ਖਰਚਾ ਸਾਲ ਦਾ ਜੋ ਹੈ ਉਹ 30 ਪਾਉਂਡ ਮਹੀਨੇ ਦੇ ਹੈ। ਸੋ ਤੁਹਾਡੇ ਕੁਐਸਚਨ ਦੇ ਰਾਹੀਂ ਮੈਂ ਅਪੀਲ ਕਰਾਂਗਾ ਕਿ ਜਿਹੜੇ ਇੰਡੀਵਿਜੂਅਲਸ ਨੇ ਆਪਣੇ ਦਸਵੰਧ ਵਿੱਚੋਂ, ਬਹੁਤ ਸੰਗਤਾਂ ਜਿਨ੍ਹਾਂ ਨੂੰ ਵੀ ਪਤਾ ਲੱਗਦਾ, ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੋਂ ਅਸੀਂ ਆਸ ਵੀ ਨਹੀਂ ਰੱਖ ਸਕਦੇ, ਪਰ ਜਿਨ੍ਹਾਂ ਨੂੰ ਇਸ ਮਿਸ਼ਨ ਬਾਰੇ ਪਤਾ ਲੱਗਦਾ ਉਹ ਬਹੁਤ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ।
ਤੇ ਜਿੱਥੇ ਚੈਰਿਟੀਜ਼ ਇੰਸਟੀਟਿਊਸ਼ਨ ਦੀ ਗੱਲ ਹੈ ਉੱਥੇ ਥੋੜਾ ਕਮੇਟੀਆਂ ਨੂੰ ਮੈਨੇਜਮੈਂਟ ਨੂੰ ਇਨਫਲੂਐਂਸ ਕਰਨਾ ਸਾਡੇ ਕੋਲ ਉਸ ਲੈਵਲ ਦੀ ਹਾਲੇ ਤਿਆਰੀ ਵੀ ਹੈ ਨਹੀਂ ਤੇ ਸਾਡੇ ਕੋਲ ਉਸ ਲੈਵਲ ਦਾ ਟਾਈਮ ਰਿਸੋਰਸ ਵੀ ਹੈ ਨਹੀਂ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਮੀਡੀਆ ਦੇ ਥਰੂ ਅਸੀਂ ਹਰ ਇੱਕ ਸਿੱਖ ਜਥੇਬੰਦੀ ਤੱਕ ਪਹੁੰਚੀਏ। ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਅਸੀਂ ਔਰ ਜੋ ਵੀ ਤੁਹਾਡੀ ਕੋਈ ਸ਼ਿਕਾਇਤ ਹੈ ਜਾਂ ਐਡੀਸ਼ਨਲ ਇਨਫੋਰਮੇਸ਼ਨ ਚਾਹੀਦੀ ਹੈ ਅਸੀਂ ਦੇਣ ਨੂੰ ਤਿਆਰ ਹਾਂ ਜੀ। ਸਾਡੇ ਜਿਹੜਾ ਲੰਡਨ ਆਫਿਸ ਹੈ ਸਾਊਥ ਹਾਲ ਉੱਥੇ ਆ ਕੇ ਵੀ ਤੁਸੀਂ ਮਿਲ ਸਕਦੇ ਹੋ, ਅਸੀਂ ਤੁਹਾਡੇ ਕੋਲ ਆਉਣ ਨੂੰ ਵੀ ਤਿਆਰ ਹਾਂ। ਪਰ ਇਸ ਵੇਲੇ ਇੱਕ ਬਹੁਤ ਹੀ ਵੱਡੀ ਸਮੱਸਿਆ ਪੰਜਾਬ ਦੀ ਹੈ ਕਿ ਉੱਥੇ ਜਿਹੜਾ ਐਜੂਕੇਸ਼ਨ ਖਾਸ ਕਰਕੇ ਗਵਰਨਮੈਂਟ ਸਕੂਲਾਂ 'ਚ ਉਹ ਨਾ ਬਿਲਕੁਲ ਜ਼ੀਰੋ ਦੇ ਬਰਾਬਰ ਹੈ ਤੇ ਕੋਈ ਸਟੇਟ ਦੀ ਐਸੀ ਹੈਲਪ ਨਹੀਂ ਹੈ ਕਿ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਐਜੂਕੇਸ਼ਨ ਜੋ ਕਲਗੀਧਰ ਟਰੱਸਟ ਦੇ ਰਿਹਾ ਉਸ ਲੈਵਲ ਦੀ ਐਜੂਕੇਸ਼ਨ ਪ੍ਰੋਵਾਈਡ ਕਰਨ ਦੇ ਲਈ, ਉਹ ਵੀ ਖਾਸ ਕਰਕੇ ਪਿੰਡਾਂ ਦੇ ਵਿੱਚ ਜਿੱਥੇ ਟੀਚਰ ਲੱਭਣੇ ਬੜੇ ਮੁਸ਼ਕਲ ਨੇ ਤੇ ਪਿੰਡਾਂ 'ਚ ਜਿਹੜੇ ਕਿਸਾਨਾਂ ਦੇ ਬੱਚੇ ਨੇ ਉਹਨਾਂ ਲਈ ਉਹਨਾਂ ਦੀ ਇਨਕਮ ਇੰਨੀ ਘੱਟ ਹੈ ਕਿ ਉਹ ਫੀਸਾਂ ਅਫੋਰਡ ਨਹੀਂ ਕਰ ਸਕਦੇ ਜੀ। ਸੋ ਉਹਨਾਂ ਵਾਸਤੇ ਇਹੋ ਰੀਬੂਟ ਪੰਜਾਬ ਦਾ ਹੈ ਕਿ ਪੰਜਾਬ ਦੀਆਂ ਜੜ੍ਹਾਂ ਮੁੜ ਕੇ ਅਗਰ ਅਸੀਂ ਹਰੀਆਂ ਕਰਨੀਆਂ ਹਨ ਤਾਂ ਇਹ ਬੱਚਿਆਂ ਨੂੰ ਅਸੀਂ ਨਹੀਂ ਨਿਗਲੈਕਟ ਕਰ ਸਕਦੇ। ਇਹ ਬੱਚੇ 1 ਸਾਲ ਵੀ ਸਕੂਲ 'ਚੋਂ ਬਾਹਰ ਰਹਿ ਜਾਣਗੇ ਤਾਂ ਬਹੁਤ ਵੱਡਾ ਨੁਕਸਾਨ ਹੈ, ਉਹਨਾਂ ਬੱਚਿਆਂ ਦਾ ਨਹੀਂ ਪੂਰੀ ਕੌਮ ਦਾ ਨੁਕਸਾਨ ਹੈ ਜੋ ਕਿ ਮੋਸਟਲੀ ਇਹ ਅੰਮ੍ਰਿਤਧਾਰੀ ਫੈਮਿਲੀ ਦੇ ਬੱਚੇ ਨੇ। ਤੇ ਤੁਸੀਂ ਜਦੋਂ ਸਕਰੀਨ ਤੇ ਸ਼ਕਲਾਂ ਦੇਖਦੇ ਹੋ ਤੇ ਅਸੀਂ ਤੇ ਅੱਜ ਤੱਕ ਸਾਡੇ 'ਚ ਹਿੰਮਤ ਨਹੀਂ ਹੋਈ ਕਿ ਕੋਈ ਵੀ ਬੱਚਾ ਆਏ ਤੇ ਅਸੀਂ ਉਹਨੂੰ ਮਨਾ ਕਰ ਸਕੀਏ ਜੀ। ਨਾਲ ਸਾਡੇ ਜਿਸ ਤਰ੍ਹਾਂ ਆਪਣੇ ਉੱਪਲ ਸਾਹਿਬ ਆਸਟ੍ਰੇਲੀਆ ਤੋਂ ਉਹਨਾਂ ਦੀ ਫਾਊਂਡੇਸ਼ਨ ਹੈ ਤੇ ਹੋਰ ਸੰਗਤ ਟਰੱਸਟ ਦੇ ਸੰਗਤ ਟੀਵੀ ਦੇ ਸਹਿਯੋਗ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਥੋੜਾ ਹੋਰ ਅਗਲੇ ਸਟੈਪ ਫਾਸਟ ਕਰਨ ਜਾ ਰਹੇ ਹਾਂ ਕਿ ਇਹਦੇ ਲਈ ਸਾਨੂੰ ਜੇ ਹੋਰ ਦੀ ਲੋੜ ਵੀ ਪਏ ਤਾਂ ਉਹ ਵੀ ਬੇਨਤੀ ਕਰਕੇ ਹੋਰ ਸਕੂਲ ਨੀਅਰਲੀ ਲਾਈਨਡ ਅਪ ਨੇ ਖੋਲੀਏ। ਪਰ ਇਹਨਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਉਹ ਜਿਹੜੀ ਵਿਦਿਆ ਸਾਡੇ ਗੁਰੂ ਸਾਹਿਬਾਨਾਂ ਨੇ ਸਾਤੋਂ ਐਕਸਪੈਕਟ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਨੂੰ ਬੜਾ ਮਹੱਤਤਾ ਦਿੱਤੀ ਗਈ ਹੈ ਜੀਵਨ ਨੂੰ ਬੜੀ ਮਹੱਤਤਾ ਦਿੱਤੀ ਗਈ ਹੈ। ਸੋ ਇਸ ਪੈਟਰਨ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਬੱਚਾ ਸਾਡਾ ਜ਼ਿੰਦਗੀ ਦਾ ਸਭ ਤੋਂ ਖੁਸ਼ ਦਿਨ ਉਹ ਹੋਏਗਾ ਜਿਸ ਦਿਨ ਅਸੀਂ ਇੱਥੋਂ ਅਨਾਉਂਸ ਕਰੀਏ ਕਿ ਅੱਜ ਪੰਜਾਬ ਦੇ ਵਿੱਚ ਸਪਾਂਸਰਸ਼ਿਪ ਸਾਡੇ ਕੋਲ ਕੋਈ ਬੱਚਾ ਨਹੀਂ ਤੇ ਅਸੀਂ ਫਿਰ ਬਾਹਰ ਦੀਆਂ ਸਟੇਟਾਂ ਹੋਰ ਕੰਟਰੀ ਦੀ ਅਪੀਲ ਕਰਨੀ ਸ਼ੁਰੂ ਕਰੀਏ। ਜੀ ਬਿਲਕੁਲ ਜੀ। ਅਟਵਾਲ ਸਾਹਿਬ ਮੈਂ ਉਮੀਦ ਕਰਦਾ ਜੀ ਕਿ ਜਿਸ ਤਰ੍ਹਾਂ 300 ਦੇ ਕਰੀਬ ਤਾਂ ਯੂਕੇ ਦੇ ਵਿੱਚ ਹੀ ਗੁਰੂ ਘਰ ਹੈਗੇ ਨੇ, ਹੋਰ ਸੰਸਥਾਵਾਂ ਹੋਰ ਚੈਰਿਟੀਜ਼ ਵੀ ਅੱਗੇ ਆ ਸਕਦੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਅਪੀਲ ਕੀਤੀ ਹੈਗੀ ਹੈ ਵਿਦ ਡਿਟੇਲ ਦੇ ਵਿੱਚ ਤੁਸੀਂ ਸਾਰਾ ਆਪਣਾ ਸਮਝਾਇਆ ਹੈਗਾ ਆ। ਸੋ ਉਮੀਦ ਕਰਦੇ ਹਾਂ ਜੀ ਤੁਹਾਡੀ ਇਸ ਆਸ ਤੇ ਬੂਰ ਪਊਗਾ। ਸੋ ਅਟਵਾਲ ਸਾਹਿਬ ਜੇ ਅਸੀਂ ਥੋੜਾ ਜਿਹਾ ਹੁਣ ਆ ਜਾਈਏ ਫਾਰਮਰ ਪ੍ਰੋਟੈਸਟ ਦੇ ਵੱਲ ਆ ਜਾਈਏ ਜੋ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ। ਸੋ ਉਹਦੇ ਵਿੱਚ ਅਸੀਂ ਹੁਣ ਦੇਖ ਰਹੇ ਹਾਂ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਵੈਦਰ ਚੇਂਜ ਹੋ ਰਿਹਾ ਉਸ ਤਰ੍ਹਾਂ ਨਵੇਂ ਰੰਗ ਢੰਗ ਦੇਖਣ ਨੂੰ ਮਿਲ ਰਿਹਾ ਜੀ ਫਾਰਮਿੰਗ ਪ੍ਰੋਟੈਸਟ ਦੇ ਉੱਥੇ। ਸੋ ਅਸੀਂ ਦੇਖਿਆ ਹੁਣ ਜੋ ਕਿਸਾਨ ਜਥੇਬੰਦੀਆਂ ਹੈਗੀਆਂ ਨੇ ਉਹ ਹੁਣ ਬੰਗਾਲ ਦੇ ਵਿੱਚ ਜਾ ਕੇ ਵੀ ਪ੍ਰਚਾਰ ਉਹ ਕਹਿ ਰਹੇ ਆ ਕਿ ਅਸੀਂ ਕਰਨਾ ਹੈਗਾ ਆ। ਅੱਗੇ ਦੀ ਸਟ੍ਰੈਟਜੀ ਵੀ ਸ਼ਾਇਦ ਉਹਨਾਂ ਨੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲ ਰਿਹਾ ਕਿ ਅੱਗੇ ਦੀ ਸਟ੍ਰੈਟਜੀ ਉਹ ਬੜੀ ਜਲਦੀ ਡਿਕਲੇਅਰ ਕਰਨਗੇ ਕਿ ਕਿਸ ਤਰ੍ਹਾਂ ਅੱਗੇ ਉਹਨਾਂ ਨੇ ਕੀ ਕਰਨਾ ਹੈਗਾ ਆ। ਸੋ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰਾ ਬਦਲਦੇ ਹੋਏ ਵਰਤਾਰੇ ਨੂੰ? ਉਧਰ ਮੌਸਮ ਵੀ ਬਦਲ ਰਿਹਾ, ਨਵੇਂ ਰੰਗ ਢੰਗ ਉਧਰ ਵੀ ਦਿਖ ਰਹੇ ਆ ਤੇ ਇੱਧਰ ਵੀ ਨਵੇਂ ਤੋਂ ਨਵੇਂ ਰੰਗ ਆ ਰਹੇ ਆ ਜੀ। ਕਿਸ ਤਰ੍ਹਾਂ ਦੇਖਦੇ ਹੋ ਸਾਰਾ? ਦੇਖੋ ਜੀ ਉਹ ਤੇ ਸੰਗਤਾਂ ਨੇ ਬਿਲਕੁਲ ਇੱਕ ਸਬੂਤ ਦੇ ਦਿੱਤਾ ਪੂਰੀ ਦੁਨੀਆ ਨੂੰ ਕਿ ਬਦਲਦੇ ਮੌਸਮ ਦਾ ਇਹ ਜਿਹੜੇ ਮਿਹਨਤੀ ਕਿਸਾਨ ਹੈ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਤੇ ਜਿਸ ਤਰ੍ਹਾਂ ਉਹਨੇ ਸਿਆਲ ਕੱਟਿਆ ਮੈਨੂੰ ਲੱਗਦਾ ਗਰਮੀ ਵੀ ਕੱਟਣਗੇ, ਕੋਈ ਐਸੀ ਫਿਕਰ ਵਾਲੀ ਗੱਲ ਨਹੀਂ ਹੈ। ਤੇ ਪਿਛਲੇ ਹਫ਼ਤੇ ਸਾਡੇ ਸੰਗਤ ਟਰੱਸਟ ਦੇ ਟਰੱਸਟੀ ਸਰਦਾਰ ਰਣਧੀਰ ਸਿੰਘ ਜੀ ਜੋ ਕਿ ਪਿਛਲੇ 3 ਮਹੀਨਿਆਂ ਤੋਂ ਉੱਥੇ ਅੰਦੋਲਨ 'ਚ ਸੇਵਾ ਕਰ ਰਹੇ ਨੇ, ਜਿਹੜੇ ਕਿਸਾਨ ਆਪਣੀ ਸ਼ਹਾਦਤ ਦੇਗਾ ਇਸ ਅੰਦੋਲਨ ਦੇ ਵਿੱਚ, ਉਹਨਾਂ ਦੇ ਘਰ ਘਰ ਜਾ ਕੇ ਜਿਹੜਾ ਪ੍ਰੋਮਿਸ ਕੀਤਾ ਸੀ ਕਿ 1 ਲੱਖ ਰੁਪਏ ਦੀ ਉਹਨਾਂ ਦੀ ਸੇਵਾ ਉਹਨਾਂ ਦੀ ਝੋਲੀ ਵਿੱਚ ਪਾ ਰਹੇ ਨੇ। ਤੇ ਸੰਗਤ ਅੱਗੇ ਅਸੀਂ ਉਹ ਅਪੀਲ ਕਰਦੇ ਹਾਂ ਕਿ ਉਸ ਅਪੀਲ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਓ ਜੀ। ਤੇ ਉਹਨਾਂ ਨੇ ਸਾਨੂੰ ਅਪਡੇਟ ਦਿੱਤਾ ਸੀ ਜਦੋਂ ਅਸੀਂ ਪੁੱਛਿਆ ਸੀਗਾ ਕਿਉਂਕਿ ਬੜਾ ਸਾਰਾ ਕੁਝ ਬੜਾ ਕੰਪਲਿਕੇਟਡ ਹੋਈ ਜਾ ਰਿਹਾ। ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਇਹ ਜਿਹੜੇ ਲੀਡਰਸ਼ਿਪ ਸੀ ਇਹਨਾਂ ਨੇ ਆਪਣੀਆਂ ਸਟੇਜਾਂ ਦੇ ਉੱਤੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਆਪਣੀ ਸਟੇਜਾਂ ਤੇ ਨਹੀਂ ਆਉਣ ਦਿੱਤਾ ਤੇ ਅੱਜ ਇਹ ਉਸ ਮੋੜ ਤੇ ਖੜੇ ਆ ਕਿ ਉਹ ਸਾਰੀ ਕਿਸਾਨ ਯੂਨੀਅਨ ਬੰਗਾਲ ਦੇ ਵਿੱਚ ਇੱਕ ਉਸੀ ਪੋਲਿਟਿਕਸ ਦੇ ਜੋ ਕੰਪੇਨ ਹੈ ਇਹਨਾਂ ਦੇ ਅਗੇਂਸਟ ਪਾਰਟੀ ਦੇ ਕਿ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਬਿਲਕੁਲ ਅਣਗੌਲੇ ਕੀਤਾ, ਨਹੀਂ ਉਹਨਾਂ ਉੱਤੇ ਕੋਈ ਸਟੈਪ ਲਿਆ ਤੇ ਇਸ ਤਰ੍ਹਾਂ ਦੀ ਪਾਰਟੀ ਨੂੰ ਬਿਲਕੁਲ ਵੋਟਾਂ ਨਾ ਦਿਓ। ਸੋ ਇਹ ਇੱਕ ਬੜਾ ਟਰਨਿੰਗ ਪੁਆਇੰਟ ਹੈ ਕਿ ਇਹਦੇ ਵਿੱਚੋਂ ਪ੍ਰੋਬਲਮ ਹੈ ਕਿ ਫੋਲੋਇੰਗ ਬਹੁਤ ਹੈ ਇਸ ਵੇਲੇ। ਮੈਨੂੰ ਲੱਗਦਾ ਹਮੇਸ਼ਾ 3 ਲੱਖ ਤੋਂ ਜ਼ਿਆਦਾ ਕਿਸਾਨ ਉੱਥੇ ਅੰਦੋਲਨ 'ਚ ਬੈਠੇ ਨੇ
ਜੀ ਵਿੱਚੋਂ ਜਿਹੜੀ ਲੀਡਰਸ਼ਿਪ ਉੱਭਰ ਕੇ ਬਾਹਰ ਆਏਗੀ ਉਹ ਕਿਸ ਤਰ੍ਹਾਂ ਦੀ ਹੋਏਗੀ, ਨਾਨ ਪੋਲੀਟੀਕਲ, ਕਿ ਜਿਹੜਾ ਇਕੱਲਾ ਹੀ ਉਹਦੇ 'ਚ ਸਿਰਫ ਵੋਟ ਰਾਜਨੀਤੀ ਵਾਲੀ ਗੱਲ ਨਾ ਹੋਵੇ, ਕਿ ਬਾਕੀ ਜੀ ਇਹ ਕਿਸਾਨ ਪਰਿਵਾਰ ਹੈ ਜਿਨ੍ਹਾਂ ਨੂੰ ਕਿ ਬਹੁਤ ਐਕਸਪਲੋਇਟ ਕੀਤਾ ਗਿਆ ਜੀ ਅੱਜ ਜੀ ਤੱਕ ਪੂਰੀ ਹਿਸਟਰੀ ਹੈ, ਤੇ ਹੁਣ ਤੱਕ ਅਸੀਂ ਉਹਨਾਂ ਦਾ ਜੇ ਪਿੱਛੇ ਉਹਨਾਂ ਦਾ ਦੇਖ ਲਈਏ ਲਿਵਿੰਗ ਸਟੈਂਡਰਡ, ਜੀ ਜੀ ਇਹਨਾਂ ਦੀ ਲੈਂਡ ਹੋਲਡਿੰਗ ਹੈ ਇਸ ਵੇਲੇ ਉਹ ਨੀਅਰਲੀ ਹਰ ਇੱਕ ਪਰਿਵਾਰ ਦੀ ਮੋਰ ਦੈਨ 50% ਜਿਹੜੇ ਹੈ ਉਹ 5 ਏਕੜ ਤੋਂ ਥੱਲੇ ਜਾ ਰਹੀ ਹੈ। ਜੀ 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 ਸਰਵਾਈਵਲ ਦਾ ਬੜਾ ਤਕੜਾ ਮੁੱਦਾ ਬਣ ਗਿਆ ਹੈ। ਜੀ ਜੀ ਜੋ ਅੰਦੋਲਨ ਦੇ ਵਿੱਚੋਂ ਅਸੀਂ ਆਸ ਕਰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਦੇ ਚੋਂ ਕੋਈ ਵਧੀਆ ਸਿੱਟਾ ਨਿਕਲੇ। ਉਹ ਤਾਂ ਹੀ ਹੋਏਗਾ ਕਿ ਇੱਕ ਇਮਾਨਦਾਰ ਲੀਡਰਸ਼ਿਪ ਸਾਹਮਣੇ ਆਵੇ। ਜੀ ਬਿਲਕੁਲ ਜੀ। ਤੋ ਇਸੀ ਕੰਟੈਕਸਟ ਦੇ ਵਿੱਚ ਬੱਬਲ ਜੀ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਵੀ ਆਪਣਾ ਜੋ ਇੱਕ ਦਿਲ ਦਾ ਬਲਬਲਾ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਜੋ ਦਰਦ ਤੁਹਾਡੇ ਮਨ 'ਚ ਉੱਭਰਿਆ, ਜੀ ਤੁਸੀਂ ਉਹਦੇ ਹਿਸਾਬ ਨਾਲ ਜਿਹੜਾ ਇੱਕ ਕਿਸਾਨ ਅਤੇ ਮਿੱਟੀ ਦਾ ਇੱਕ ਲਿਰਿਕਸ ਤੁਸੀਂ ਲਿਖ ਕੇ ਇੱਕ ਗੀਤ ਜੀ ਜੀ ਕੀਤਾ ਹੈ। ਤੇ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਅੱਜ ਅਸੀਂ ਇਸ ਪ੍ਰੋਗਰਾਮ 'ਚ ਸਾਰੀਆਂ ਸੰਗਤਾਂ ਨਾਲ ਉਸ ਗੀਤ ਨੂੰ ਸਾਂਝਾ ਵੀ ਕਰੀਏ, ਲਾਂਚ ਵੀ ਕਰੀਏ ਜੀ। ਤੇ ਤੁਸੀਂ ਵੀ ਸੰਗਤਾਂ ਦੇ ਨਾਲ ਆਪਣੇ ਵਿਚਾਰ ਥੋੜੇ ਜਿਹੇ ਉਸ ਗੀਤ ਬਾਰੇ, ਆਪਣੀਆਂ ਭਾਵਨਾਵਾਂ ਉਹ ਥੋੜੀਆਂ ਸਾਂਝੀਆਂ ਕਰੋ, ਤੇ ਅਸੀਂ ਫਿਰ ਗੀਤ ਤੋਂ ਬਾਅਦ ਫਿਰ ਇਹ ਜੋ ਕਿਸਾਨਾਂ ਦੀ ਕਰੰਟ ਸਿਚੁਏਸ਼ਨ ਹੈ ਉਹਦੇ ਤੇ ਫਿਰ ਗੱਲਬਾਤ ਕਰਾਂਗੇ। ਜੀ ਅਸੀਂ ਥੋੜਾ ਜਿਹਾ ਗੀਤ ਬਾਰੇ ਆਪਣਾ ਇਹਨੂੰ ਲਾਂਚ ਕਰੀਏ ਇਸ ਪ੍ਰੋਗਰਾਮ ਜੀ ਜੀ। ਅਰਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਸੀਗੇ ਤੇ ਇਹ ਸਾਰਾ ਪ੍ਰੋਜੈਕਟ ਪੋਸੀਬਲ ਹੋਇਆ, ਕਿਉਂਕਿ ਡੇ 1 ਤੋਂ ਲੈ ਕੇ ਐਂਡ ਤੱਕ ਹਰ ਤਰੀਕੇ ਦੀ ਜੋ ਸਪੋਰਟ ਸੀਗੀ ਹਨਾ ਜੀ, ਉਹ ਸਪੋਰਟ ਰਿਸੋਰਸਿਸ ਦੀ ਹਰ ਤਰ੍ਹਾਂ ਦੀ ਸਪੋਰਟ ਤੁਹਾਡੇ ਵੱਲੋਂ ਰਹੀ ਹੈ ਐਜ਼ ਅ ਪ੍ਰੋਡਿਊਸਰ। ਸੋ ਤਾਂ ਹੀ ਇਹ ਸਾਰਾ ਵੱਡਾ ਪ੍ਰੋਜੈਕਟ ਇੰਡੀਆ ਦੇ ਵਿੱਚ ਸ਼ੂਟ ਹੋਇਆ, ਇੱਥੇ ਹੋਇਆ ਹਨਾ ਜੀ। ਉਹ ਸਾਰੇ ਦੇ ਵਿੱਚ ਤੁਹਾਡਾ ਆਲ ਅਰਾਊਂਡ 360 ਡਿਗਰੀ ਜਿਹੜਾ ਕਹਿ ਲਓ ਇੱਕ ਸਪੋਰਟ ਰਹੀ ਆ। ਸੋ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਬਣਦਾ ਹੈਗਾ ਆ ਕਿ ਜਿਨ੍ਹਾਂ ਕਰਕੇ ਇਹ ਸਾਰਾ ਕੁਝ ਪੋਸੀਬਲ ਹੋ ਪਾਇਆ। ਸੋ ਬੇਸਿਕਲੀ ਇਹ ਸੌਂਗ ਹੈਗਾ ਜੀ ਦਾ ਸੋਇਲ ਐਂਡ ਦਾ ਫਾਰਮਰ, ਕਿਉਂਕਿ ਐਕਚੁਅਲੀ ਬੜੀ ਦੇਰ ਤੋਂ ਮਾਈਂਡ ਦੇ ਵਿੱਚ ਸੀਗਾ ਕਿ 10-20 ਸਾਲ ਤੋਂ ਦੇਖੀਏ, ਜਦੋਂ ਅਨੰਦਪੁਰ ਸਾਹਿਬ ਹੁੰਦਾ ਸੀਗਾ ਉਦੋਂ ਵੀ ਮੈਂ ਨਿਊਜ਼ਪੇਪਰ ਦੇ ਵਿੱਚ ਪੜ੍ਹੀਦਾ ਸੀਗਾ ਕਿ ਕਿਸਾਨ ਇੱਥੇ ਖੁਦਕੁਸ਼ੀ ਹੋ ਗਈ, ਉੱਥੇ ਖੁਦਕੁਸ਼ੀ ਹੋ ਗਈ ਹਨਾ ਜੀ। ਹੌਲੀ ਹੌਲੀ ਇਹ ਚੀਜ਼ ਸਮਝ ਲੱਗੀ ਕਿ ਉਹਨਾਂ ਦੀ ਸਟਰਗਲ ਜੋ ਕਹਿ ਲਓ ਵੀ ਜੋ ਛੋਟੇ ਕਿਸਾਨ ਹੈ ਖਾਸ ਕਰਕੇ, ਔਰ ਜ਼ਿਆਦਾ ਪਰਸੈਂਟੇਜ ਵੀ ਉਹਨਾਂ ਦੀ ਹੀ ਹੈ ਆਈ ਥਿੰਕ, ਜੇ ਅਸੀਂ ਮੈਜੋਰਿਟੀ ਦੇਖੀਏ ਪੰਜਾਬ ਦੇ ਵਿੱਚ, ਹਰਿਆਣੇ 'ਚ ਦੇਖ ਲਈਏ ਤਾਂ ਉਹਨਾਂ ਦੀ ਇੱਕ ਲਾਈਫ ਦੇ ਉੱਤੇ ਇੱਕ ਮੈਂ ਲਿਰਿਕਸ ਲਿਖਣਾ ਚਾਹੁੰਦਾ ਸੀਗਾ ਬੜੀ ਦੇਰ ਤੋਂ, ਜਿਹੜਾ ਕਿ ਉਹਨਾਂ ਦੀ ਲਾਈਫ ਨੂੰ ਬਿਆਨ ਕਰੇ, ਉਹਨਾਂ ਦੀ ਲਾਈਫ ਦੀ ਸਟਰਗਲ ਨੂੰ ਇੱਕ ਤਰ੍ਹਾਂ ਬਿਆਨ ਕੀਤਾ ਜਾਏ ਹਨਾ ਜੀ। ਉਹ ਲਾਈਫ ਛੋਟੇ ਕਿਸਾਨਾਂ ਦੀ ਬੜੀ ਹਾਰਡ ਹੁੰਦੀ ਆ, ਬਟ ਗੱਲ ਇਹ ਹੈ ਕਿ ਨਾਲ ਦੀ ਨਾਲ ਮੈਂ ਉਹਨਾਂ ਦੇ ਜਿਹੜਾ ਇਹ ਸਟੈਪ ਸੀਗਾ ਕਿ ਸੁਸਾਈਡ ਅਸੀਂ ਕਰ ਲਈਏ ਹਨਾ ਜੀ, ਕੁਝ ਲੱਖਾਂ ਦੇ ਕਰਜ਼ੇ ਪਿੱਛੇ, ਉਹ ਚੀਜ਼ ਮੈਂ ਕਦੇ ਨਹੀਂ ਡਾਈਜੈਸਟ ਕਰ ਪਾਇਆ ਕਿ ਮੇਰੇ ਮਨ 'ਚ ਹਮੇਸ਼ਾ ਹੀ ਹੁੰਦਾ ਸੀ। ਤੇ ਇੱਕ ਮੇਰੀ ਆਪਣੀ ਇੱਕ ਥਿੰਕਿੰਗ ਹੈਗੀ ਹੈ ਕਿ ਵੀ ਸ਼ੁੱਡ ਬੀ ਲਾਈਕ ਅ ਟਫ ਹੌਕ ਦੈਨ ਅ ਸੌਫਟ ਸਪੈਰੋ ਹਨਾ ਜੀ। ਸੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਇੰਨਾ ਸੌਫਟ ਨਹੀਂ ਕਰਨਾ ਚਾਹੀਦਾ। ਕਈ ਵਾਰ ਜ਼ਿੰਦਗੀ ਦੇ ਵਿੱਚ ਬਹੁਤ ਹਾਰਡਸ਼ਿਪ ਆ ਜਾਂਦੀ ਹੈਗੀ ਹੈ। ਸੋ ਵੀ ਸ਼ੁੱਡ ਜਸਟ ਲੁੱਕ ਇਨਟੂ ਦਾ ਓਪਰਚੁਨਿਟੀਜ਼ ਔਰ ਆਪਸ਼ਨਸ ਕੀ ਹੈਗੀਆਂ ਆ, ਇਨਸਟੈਡ ਕਿ ਅਸੀਂ ਜ਼ਿੰਦਗੀ ਦੇ ਵਿੱਚ ਮੌਤ ਨੂੰ ਸਿਲੈਕਟ ਕਰ ਲਈਏ ਹਨਾ ਜੀ। ਸੋ ਖੈਰ ਉਹਨਾਂ ਦੀ ਲਾਈਫ ਦੇ ਉੱਪਰ ਇਹ ਜਿਹੜਾ ਗੀਤ ਲਿਖਿਆ ਸੀਗਾ ਜੀ, ਮਿਊਜ਼ਿਕ ਹੋਇਆ, ਫਿਰ ਟੀਮ ਨੇ ਬੜਾ ਆਪਣੇ ਵੱਲੋਂ ਐਫਰਟ ਕੀਤਾ ਹੈਗਾ। ਸੋ ਅਸੀਂ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੱਜ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਥੇ ਇਸ ਮੰਚ ਤੋਂ ਉਹਨੂੰ ਲਾਂਚ ਕਰਾਂ, ਸੋ ਇਹ ਮੇਰਾ ਸੁਭਾਗ ਹੈਗਾ ਹੈ ਜੀ। ਸੋ ਆਓ ਅਸੀਂ ਹੁਣ ਉਹ ਪਹਿਲਾਂ ਸੌਂਗ ਦੇਖ ਲੈਂਦੇ ਹਾਂ ਜੀ। ਥੈਂਕ ਯੂ। ਮਿੱਟੀ ਨਾਲ ਮਿੱਟੀ ਲੜਦੀ, ਮਿੱਟੀ ਦੇ ਕਰਕੇ ਹੀ ਮਿੱਟੀ ਨਾਲ ਮਿੱਟੀ ਲੜਦੀ, ਮਿੱਟੀ ਦੇ ਕਰਕੇ ਹੀ ਸੌਂ ਖਾਵਾਂ ਮਿੱਟੀ ਦੀ, ਮਿੱਟੀ ਨੂੰ ਫੜ ਕੇ ਹੀ। ਬੜੀਆਂ ਹੰਡਾਈਆਂ ਮਿੱਤਰਾ ਵਕਤਾਂ ਦੀਆਂ ਨੇਰੀਆਂ, ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ, ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ। ਮਿਹਨਤ ਨੂੰ ਹੱਥ ਕੜੀਆਂ ਨਾ, ਸੋਚਾਂ ਨੂੰ ਬੇੜੀਆਂ, ਮਿਹਨਤ ਨੂੰ ਹੱਥ ਕੜੀਆਂ ਨਾ,
ਸੋਚਾਂ ਨੂੰ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਇੱਕ ਵਿਸ਼ੇਸ਼ ਸੂਚਨਾ ਬਾਰਡਰ ਵਿੱਚ ਹਾਲਾਤ ਖਰਾਬ ਹੋ ਜਾਣ ਕਾਰਨ ਸਾਰੇ ਫੌਜੀ ਵੀਰਾਂ ਦੀ ਛੁੱਟੀ ਰੱਦ ਕੀਤੀ ਜਾਂਦੀ ਹੈ ਛੇਤੀ ਤੋਂ ਛੇਤੀ ਪਹੁੰਚਣ ਬੋਲੀ ਜੋ ਪੁੱਜ ਲੈਂਦਾ ਏ ਪੰਛੀ ਤੇ ਫਸਲਾਂ ਦੀ ਉਹ ਪੂਰੀ ਰਮਜ ਪਛਾਣੇ ਬੰਦਿਆਂ ਦੀਆਂ ਨਸਲਾਂ ਦੀ ਬੋਲੀ ਜੋ ਪੁੱਜ ਲੈਂਦਾ ਏ ਪੰਛੀ ਤੇ ਫਸਲਾਂ ਦੀ ਉਹ ਪੂਰੀ ਰਮਜ ਪਛਾਣੇ ਬੰਦਿਆਂ ਦੀਆਂ ਨਸਲਾਂ ਦੀ ਉਹ ਪੂਰੀ ਰਮਜ ਪਛਾਣੇ ਬੰਦਿਆਂ ਦੀਆਂ ਨਸਲਾਂ ਦੀ ਰੁੜ ਜਾਂਦੇ ਹੜਾਂ ਚ ਮਿੱਤਰਾ ਮਲਾਸਣੇ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਮਿਹਨਤ ਨੂੰ ਹੱਥ ਕੜੀਆਂ ਨਾ ਸੋਚਾਂ ਨੂੰ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਮਿਹਨਤ ਕਸ਼ ਬੰਦਿਆਂ ਦਾ ਤਾਂ ਚੱਲਦਾ ਗੁਜ਼ਾਰਾ ਏ ਬਾਰਿਸ਼ ਵਿੱਚ ਰਹਿੰਦਾ ਮਿੱਤਰਾ ਚਾਹੁੰਦਾ ਚੁਬਾਰਾ ਏ ਮਿਹਨਤ ਕਸ਼ ਬੰਦਿਆਂ ਦਾ ਤਾਂ ਚੱਲਦਾ ਗੁਜ਼ਾਰਾ ਏ ਬਾਰਿਸ਼ ਵਿੱਚ ਰਹਿੰਦਾ ਮਿੱਤਰਾ ਚਾਹੁੰਦਾ ਚੁਬਾਰਾ ਏ ਬਾਰਿਸ਼ ਵਿੱਚ ਰਹਿੰਦਾ ਮਿੱਤਰਾ ਚਾਹੁੰਦਾ ਚੁਬਾਰਾ ਏ ਕਈਆਂ ਦੀਆਂ ਕਿਸਮਤਾਂ ਇਨਾਂ ਹੱਥੀਂ ਉਹ ਕੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਮਿਹਨਤ ਨੂੰ ਹੱਥ ਕੜੀਆਂ ਨਾ ਸੋਚਾਂ ਨੂੰ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਜਿਹੜੇ ਪੈਰਾਂ ਤੋਂ ਡਰਦੇ ਸੱਪ ਤੇ ਕੰਡੇ ਨੇ ਉਹਨੇ ਹੱਥਾਂ ਨਾਲ ਲੋਹੇ ਦੇ ਸੰਦ ਵੀ ਚੰਡੇ ਨੇ ਜਿਹੜੇ ਪੈਰਾਂ ਤੋਂ ਡਰਦੇ ਸੱਪ ਤੇ ਕੰਡੇ ਨੇ ਉਹਨੇ ਹੱਥਾਂ ਨਾਲ ਲੋਹੇ ਦੇ ਸੰਦ ਵੀ ਚੰਡੇ ਨੇ ਉਹਨੇ ਨਾਲ ਲੋਹੇ ਦੇ ਸੰਦ ਵੀ ਚੰਡੇ ਨੇ ਬੱਬਲ ਉਹਦੇ ਪੈਰ ਬਰਾਬਰ ਨੇ ਡਿਗਰੀਆਂ ਤੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਮਿਹਨਤ ਨੂੰ ਹੱਥ ਕੜੀਆਂ ਨਾ ਸੋਚਾਂ ਨੂੰ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਪੈਣ ਹੇਰਾ ਫੇਰੀਆਂ
ਸਿਜਦਾ ਮੇਰਾ ਰੱਬ ਬਰਾਬਰ ਅੰਨਦਾਤੇ ਦਰਜੇ ਨੂੰ ਲੋਕਾਂ ਦੀ ਭੁੱਖ ਮਿਟਾਵੇ ਲੈ ਲੈ ਕੇ ਕਰਜ਼ੇ ਨੂੰ ਸਿਜਦਾ ਮੇਰਾ ਰੱਬ ਬਰਾਬਰ ਅੰਨਦਾਤੇ ਦਰਜੇ ਨੂੰ ਸਿਜਦਾ ਮੇਰਾ ਰੱਬ ਬਰਾਬਰ ਅੰਨਦਾਤੇ ਦਰਜੇ ਨੂੰ ਫਸਲਾਂ ਕਾਲੇ ਬੱਦਲਾਂ ਨੇ ਮੁੜ ਮੁੜ ਕੇ ਘੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਭੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਦਾਦੂ ਜੀ ਤੁਸੀਂ ਸਾਡੇ ਵਾਸਤੇ ਪੀਣ ਪਾ ਰਹੇ ਹੋ ਮਿਹਨਤ ਨੂੰ ਹੱਥ ਕੜੀਆਂ ਨਾ ਸੋਚਾਂ ਨੂੰ ਬੇੜੀਆਂ ਮਿਹਨਤ ਨੂੰ ਹੱਥ ਕੜੀਆਂ ਨਾ ਸੋਚਾਂ ਨੂੰ ਬੇੜੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਭੈਣ ਹੇਰਾ ਫੇਰੀਆਂ ਸਿੱਧੇ ਬੰਦਿਆਂ ਨਾਲ ਪੁੱਠੀਆਂ ਭੈਣ ਹੇਰਾ ਫੇਰੀਆਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਅਟਵਾਲ ਸਾਹਿਬ, ਤੁਸੀਂ ਦੇਖਿਆ ਜੀ ਗੀਤ, ਮੈਨੂੰ ਉਮੀਦ ਹੈ ਜੀ ਸਾਡੇ ਦਰਸ਼ਕ ਵੀ ਸਾਡੇ ਇਸ ਗੀਤ ਨੂੰ ਪਿਆਰ ਦੇਣਗੇ, ਬਾਕੀ ਨਾਲ ਦੀ ਨਾਲ ਸਾਨੂੰ ਫੀਡਬੈਕ ਵੀ ਜ਼ਰੂਰ ਦੇਣ। ਸੋ ਸੰਖੇਪ ਦੇ ਵਿੱਚ ਹੁਣ ਐਂਡ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ, ਕਿਉਂਕਿ ਸਾਡਾ ਹੁਣ ਸਮਾਂ ਜੋ ਹੈ ਉਹ ਵੀ ਸਮਾਪਤੀ ਵੱਲ ਵੱਧ ਰਿਹਾ ਹੈਗਾ ਜੀ। ਥੈਂਕ ਯੂ ਬੱਬਲ ਸਾਹਿਬ, ਬਹੁਤ ਵਧੀਆ ਤੁਸੀਂ ਇਹ ਉਪਰਾਲਾ ਕੀਤਾ ਜੋ ਕਿ ਲਿਰਿਕਸ ਨੇ ਇਹਦੇ 'ਚ ਬਹੁਤ ਹੀ ਵਧੀਆ ਇੱਕ ਮੈਸੇਜ ਹੈ ਕਿ ਭਾਈ ਖਾਸ ਕਰਕੇ ਜਿਹੜੇ ਸਿੱਖ ਧਰਮ 'ਚ ਬਿਲੀਵ ਕਰਨ ਵਾਲੇ ਉਹਨਾਂ ਦੇ ਵਿੱਚ ਇਹ ਸੁਈਸਾਈਡ ਵਾਲੀ ਆਪਸ਼ਨ ਤੇ ਹੈ ਹੀ ਨਹੀਂ। ਸਾਡਾ ਤਾਂ ਮਿਸ਼ਨ ਹੀ ਹੈ ਕਿ ਪਹਿਲੇ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ। ਅਸੀਂ ਜੀਂਦੇ ਜੀ ਕਿਸ ਤਰ੍ਹਾਂ ਮਰਨਾ, ਅਸੀਂ ਜੀਣਾ ਹੀ ਮਰ ਕੇ ਆਇਆ ਸੀ। ਇਹ ਜਿਹੜਾ ਫਿਜ਼ੀਕਲ ਡੈਥ ਹੈ ਇਸ ਪਾਸੇ ਦਾ ਤਾਂ ਸਾਡਾ ਰੂਟ ਹੀ ਹੈ ਨਹੀਂ ਜੀ। ਤੁਸੀਂ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਹੈ ਕਿ ਕਿਸਾਨ ਦੀ ਇੱਕ ਇੰਨੀ ਮਿਹਨਤ ਵਾਲੀ ਇੰਨੀ ਇਮਾਨਦਾਰ ਵਾਲੀ ਕਮਾਈ ਹੈ ਤੇ ਉਹਦੇ ਬਾਵਜੂਦ ਵੀ ਉਹਦੀ ਇਸ ਤਰ੍ਹਾਂ ਦੀ ਦੁਰਦਸ਼ਾ ਅਸੀਂ ਕਰ ਦਿੱਤੀ ਹੈ ਜੋ ਕੈਪੀਟਲਿਸਟ ਥਿੰਕਿੰਗ ਹੈ ਤੇ ਜੋ ਮਤਲਬ ਦਇਆ ਨਾਂ ਦੀ ਚੀਜ਼ ਹੀ ਖਤਮ ਹੋ ਗਈ ਹੈ ਕਿ ਥੋੜਾ ਜਿਹਾ ਇਨਸਾਫ ਉਹਨਾਂ ਦੇ ਨਾਲ ਹੋਣਾ ਚਾਹੀਦਾ ਜੀ। ਬਿਲਕੁਲ, ਜਿਹੜਾ ਵੀ ਇਨਸਾਨ ਹੈ ਆਪਣੀ ਮਿਹਨਤ ਕਰਕੇ ਆਪਣਾ ਇੱਕ ਲਿਵਿੰਗ ਸਟੈਂਡਰਡ ਮੇਨਟੇਨ ਕਰ ਸਕੇ। ਸੋ ਇੱਕ ਬਹੁਤ ਵੱਡੀ ਸਟਰਗਲ ਹੈ ਤੇ ਸਾਨੂੰ ਆਸ ਹੈ ਕਿ ਸੰਗਤਾਂ ਇਹ ਤੁਹਾਡਾ ਗੀਤ ਇੰਜੋਏ ਕਰਨਗੀਆਂ ਤੇ ਸਾਡੇ ਜਿੰਨੇ ਵੀ ਗੀਤ ਅਸੀਂ ਪ੍ਰੋਡਿਊਸ ਕਰਦੇ ਇਹਨਾਂ ਦੇ ਰਾਈਟਸ ਸੰਗਤ ਟੀਵੀ ਨੂੰ ਤਾਂ ਅਸੀਂ ਦਿੰਦੇ ਹੀ ਹਾਂ ਕਿਉਂਕਿ ਇਹ ਸੰਗਤਾਂ ਦਾ ਟੈਲੀਵਿਜ਼ਨ ਹੈ ਤੇ ਬਾਕੀ ਜਿੰਨੇ ਵੀ ਪ੍ਰੋਡਕਸ਼ਨ ਹੋ ਰਹੇ ਸੀ ਉਹਨਾਂ ਅੱਗੇ ਵੀ ਬੇਨਤੀ ਕਰਦੇ ਕਿ ਕੋਈ ਵੀ ਚੰਗੀ ਚੀਜ਼ ਹੋਵੇ ਤਾਂ ਸੰਗਤ ਟੀਵੀ ਦੇ ਰਾਈਟਸ ਜ਼ਰੂਰ ਵਿੱਚ ਦਿਆ ਕਰੋ ਕਿਉਂਕਿ ਸੰਗਤਾਂ ਦਾ ਚੈਨਲ ਹੈ ਉਹ। ਸੋ ਸੰਗਤਾਂ ਅੱਗੇ ਇਹੋ ਹੀ ਬੇਨਤੀ ਹੈ ਕਿ ਇਸ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਸੇਵਾ ਉਹਨਾਂ ਦੇ ਬੱਚਿਆਂ ਨੂੰ ਅਸੀਂ ਸਕੂਲ ਭੇਜ ਕੇ ਹੀ ਕਰ ਸਕਦੇ ਹਾਂ ਤਾਂ ਕਿ ਉਹਨਾਂ ਦੇ ਨਾਲ ਜੋ ਸਿੱਧਿਆਂ ਬੰਦਿਆਂ ਨਾਲ ਤੁਸੀਂ ਦੱਸਿਆ ਕਿ ਹੇਰਾ ਫੇਰੀਆਂ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਤੇ ਅਟਲ ਸੱਚਾਈ ਹੈ। ਜਿਹੜਾ ਇਹਨਾਂ ਦੇ ਇਸ ਤਰ੍ਹਾਂ ਦੇ ਇਮਾਨਦਾਰ ਸਿੱਧੇ ਬੰਦਿਆਂ ਨਾਲ ਹੇਰਾ ਫੇਰੀਆਂ ਕਰੇਗਾ ਉਹ ਸਾਰੀਆਂ ਪੁੱਠੀਆਂ ਤਾਂ ਪੈਣੀਆਂ ਹੀ ਆ ਜੀ ਜੋ ਪੈ ਵੀ ਰਹੀਆਂ ਅੰਦੋਲਨ ਦੇ ਵਿੱਚ ਦਿਸ ਵੀ ਰਿਹਾ ਅੱਗੇ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਹੋਏਗਾ। ਤੇ ਸੰਗਤਾਂ ਅੱਗੇ ਇਹੋ ਹੀ ਬੇਨਤੀ ਹੈ ਕਿ ਸਭ ਤੋਂ ਵੱਡੀ ਸੇਵਾ ਇਹਨਾਂ ਕਿਸਾਨਾਂ ਦੀ ਜੋ ਬਾਬਾ ਜੀ ਨੇ ਆਪਣੇ ਜੀਵਨ ਦਾ ਮਿਸ਼ਨ ਬਣਾ ਕੇ ਇਸ ਉੱਤੇ ਪਹਿਰਾ ਦਿੱਤਾ ਹੈ ਕਿ ਮੈਂ ਪੂਰੀ ਲਾਈਫ ਖਾਲਸਾ ਪੰਥ ਦੀ ਸੇਵਾ ਕਰਨੀ ਹੈ ਤੇ ਉਹ ਵੀ ਜਿਹੜੇ ਕਿਸਾਨ ਆਪਣੀ ਕਮਿਊਨਿਟੀ ਹੈ ਪਿੰਡਾਂ 'ਚ ਜਾ ਕੇ ਸਕੂਲ ਖੋਲ੍ਹੇ ਹਨ। ਸੋ ਸਾਡਾ ਸਹਿਯੋਗ ਇਹੋ ਹੀ ਬਣਦਾ ਹੈ ਕਿ ਅਸੀਂ ਹਰ ਇੱਕ ਜੋ ਵੀ ਉਹਨਾਂ ਦਾ ਬੱਚਾ ਹੈ ਜਿਹੜੇ ਨਹੀਂ ਫੀਸਾਂ ਅਫੋਰਡ ਕਰ ਸਕਦੇ ਤੇ ਉਹਨਾਂ ਦਾ ਅਸੀਂ ਇੱਕ ਬੱਚੇ ਨੂੰ ਜ਼ਰੂਰ ਸਪਾਂਸਰ ਕਰੀਏ ਤੇ ਇਸ ਗਰੀਬ ਪੰਜਾਬ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਈਏ। ਸੋ ਸਾਡੀ ਸੰਗਤ ਅੱਗੇ ਹਰ ਹਫ਼ਤੇ ਦੀ ਤਰ੍ਹਾਂ ਬੜੀ ਹੱਥ ਜੋੜ ਕੇ ਨਿਮਰਤਾ ਨਾਲ ਅਪੀਲ ਹੈ ਤੇ ਜਿਨ੍ਹਾਂ ਨੇ ਬੱਚੇ ਸਪਾਂਸਰ ਕੀਤੇ ਹੈ ਉਹਨਾਂ ਦਾ ਬਹੁਤ ਹੀ ਧੰਨਵਾਦ। ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇਹ ਬੱਚੇ ਵੀ ਦਿਖਾਵਾਂਗੇ ਤੇ ਜਿਹੜੇ ਸਪਾਂਸਰ ਕਰ ਰਹੇ ਉਹਨਾਂ ਦਾ ਥੈਂਕ ਯੂ ਵੀ ਕਰਾਂਗੇ। ਸੋ ਅਸੀਂ ਚਾਹੁੰਦੇ ਹਾਂ ਕਿ ਜੇ ਵੱਧ ਤੋਂ ਵੱਧ ਸੰਗਤਾਂ ਇਸ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਨ। ਜੀ ਬਿਲਕੁਲ ਜੀ ਅਟਵਾਲ ਸਾਹਿਬ, ਤੁਸੀਂ ਬੜੀ ਖੂਬਸੂਰਤੀ ਨਾਲ ਦੱਸਿਆ ਸਾਰਾ, ਤੁਸੀਂ ਰਿਲੇਟ ਵੀ ਕੀਤਾ ਫਾਰਮਰ ਪ੍ਰੋਟੈਸਟ ਦੇ ਨਾਲ ਵੀ ਰਿਲੇਟ ਕੀਤਾ ਹੈਗਾ। ਬਿਲਕੁਲ ਜੀ। ਸੋ ਅਸੀਂ ਦੇਖਦੇ ਹੀ ਆਏ ਹਾਂ ਪਿਛਲੇ ਕੁਝ ਦਹਾਕਿਆਂ ਤੋਂ ਡਿਕੇਡਸ ਤੋਂ ਦੇਖ ਰਹੇ ਹਾਂ ਹਨਾ ਜੀ। ਸੋ ਸਾਡੀ ਸਾਰਿਆਂ ਦੀ ਇਹ ਦਿਲੋਂ ਇੱਛਾ ਹੈ ਕਿ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੀ ਖੁਦਕੁਸ਼ੀ ਪੰਜਾਬ ਹਰਿਆਣਾ ਕਿਆ ਇੰਡੀਆ ਕਿਆ ਪੂਰੇ ਵਰਲਡ ਵਿੱਚ ਕਿਤੇ ਨਾ ਹੋਵੇ। ਸੋ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਦੇ ਲਈ ਵੀ ਸੁਖਾਵੇਂ ਜਿਹੜੇ ਆ ਦਿਨ ਆਉਣ ਦੁਨੀਆ ਦੇ ਵਿੱਚ, ਹੈ ਨਾ ਜੀ। ਸੋ ਇੱਕ ਵਾਰ ਫਿਰ ਤੋਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਅਟਵਾਲ ਸਾਹਿਬ ਪ੍ਰੋਡਿਊਸਰ ਬਣਨ ਦੇ ਲਈ ਮੇਰੇ ਇਸ ਪ੍ਰੋਜੈਕਟ ਦੇ ਵਿੱਚ। ਸੋ ਬੜਾ ਵਧੀਆ ਲੱਗਿਆ ਜੀ। ਸੋ ਤੁਹਾਡੀ ਇਨਪੁਟ ਜਿਹੜੀ ਸੀਗੀ ਜੀ
ਹਨਾ ਜੀ ਫੀਡਬੈਕ ਸੀਗੀ ਨਾਲ ਦੀ ਨਾਲ, ਉਹਨੇ ਵੀ ਬੜਾ ਨਿਖਾਰ ਲੈ ਕੇ ਆਉਂਦਾ ਹਰ ਇੱਕ ਚੀਜ਼ ਦੇ ਵਿੱਚ। ਸੋ ਥੈਂਕ ਯੂ ਜੀ। ਸੋ ਆਓ ਜੀ ਅਸੀਂ ਹੁਣ ਇਹ Song ਸੰਗਤਾਂ ਦੇ ਸਪੁਰਦ ਕਰਦੇ ਹਾਂ ਜੀ, ਸੰਗਤਾਂ ਇਸ Song ਨੂੰ ਇੰਜੋਏ ਕਰਨ। ਤੇ ਅੱਜ ਦੇ ਐਪੀਸੋਡ ਦੇ ਵਿੱਚ ਦੋਸਤੋ ਬਸ ਇੰਨਾ ਹੀ। ਅਟਵਾਲ ਸਾਹਿਬ ਆਓ ਹੁਣ ਇਜਾਜ਼ਤ ਲਈਏ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਨਾਲ ਪੁੱਠੀਆਂ ਪੈਣ ਹੇਰਾ ਫੇਰ।